ਜੈਮ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰੇ ਦਰਸ਼ਕ ਸਾਹਿਬਾਨ, ਅੱਜ ਸਮੁੱਚੀ ਦੁਨੀਆ ਵਿੱਚ ਸ਼ਹੀਦਾਂ ਦੇ ਸਰਤਾਜ ਪੰਜਵੀਂ ਪਾਤਸ਼ਾਹੀ ਬਾਣੀ ਕੇ ਬੋਹਿਤ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ 416ਵਾਂ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਆਓ ਆਪਾਂ ਅੱਜ ਦੇ ਇਸ ਐਪੀਸੋਡ ਵਿੱਚ ਗੁਰੂ ਸਾਹਿਬ ਦੇ ਪਰਉਪਕਾਰੀ ਜੀਵਨ ਬਾਰੇ ਕੁਝ ਵਿਚਾਰਾਂ ਦੀ ਸਾਂਝ ਕਰੀਏ। ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਉਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਨਗਰ ਵਿੱਚ ਹੋਇਆ। ਗੁਰੂ ਸਾਹਿਬ 18 ਸਾਲ ਦੀ ਉਮਰ ਵਿੱਚ ਗੁਰਗੱਦੀ 'ਤੇ ਸੁਭਾਇਮਾਨ ਹੋਏ ਔਰ ਗੱਦੀ 'ਤੇ ਸੁਭਾਇਮਾਨ ਹੋਣ ਤੋਂ ਬਾਅਦ ਉਹਨਾਂ ਨੇ ਜਿਹੜਾ ਪਹਿਲਾ ਕਾਰਜ ਕੀਤਾ ਉਹ ਬਹੁਤ ਵੱਡਾ ਪਰਉਪਕਾਰੀ ਕਾਰਜ ਸੀ ਕਿ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਪਹਿਲਾਂ ਸਰੋਵਰ ਬਣਾਇਆ ਸੀ, ਇਹਨੂੰ ਅੰਮ੍ਰਿਤ ਸਰੋਵਰ ਕਹਿੰਦੇ ਆ, ਸ਼੍ਰੀ ਹਰਿਮੰਦਰ ਸਾਹਿਬ ਦਾ। ਇਹ ਜਿਹੜੀ ਇਮਾਰਤ ਆਪਾਂ ਹੁਣ ਵੇਖਦੇ ਹਾਂ ਮੌਜੂਦਾ, ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਾਮੀਰ ਕਰਵਾਈ ਅਤੇ ਸੈਕੂਲਰਿਜ਼ਮ ਦੀ ਇੱਕ ਮਿਸਾਲ ਕਾਇਮ ਕੀਤੀ ਦੁਨੀਆ ਵਿੱਚ ਕਿ ਇਹਦੀ ਨੀਂਹ ਦੀ ਪਹਿਲੀ ਇੱਟ ਜਿਹੜੀ ਸੀ ਉਹ ਇੱਕ ਮੁਸਲਮਾਨ ਪਹੁੰਚੇ ਹੋਏ ਦਰਵੇਸ਼ ਫਕੀਰ ਸਾਈਂ ਮੀਆਂ ਮੀਰ ਜੀ ਲਾਹੌਰ ਨਿਵਾਸੀ ਨੇ ਰੱਖੀ। ਇਸ ਤਰ੍ਹਾਂ ਗੁਰੂ ਸਾਹਿਬ ਨੇ ਇਹ ਜਿਹੜਾ ਸੰਦੇਸ਼ ਸੀ ਕਿ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨੇ ਦੱਸੇ ਬਾਹਰਾ ਜੀਓ, ਉਪਦੇਸ਼ ਚੌਂ ਵਰਨਾਂ ਕੋ ਸਾਂਝਾ, ਗੁਰੂ ਸਾਹਿਬ ਨੇ ਉਹਨੂੰ ਪ੍ਰੈਕਟੀਕਲ ਰੂਪ ਦਿੱਤਾ। ਉਸ ਤੋਂ ਬਾਅਦ ਦੂਸਰਾ ਕਾਰਜ ਉਹਨਾਂ ਨੇ ਰੰਭਿਆ ਕਿ ਜਿਹੜੀ ਬਾਣੀ ਇਕੱਤਰ ਹੋਈ ਸੀ ਵੱਖ ਸਰੋਤਾਂ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲਿਆਏ, ਫਿਰ ਦੂਸਰੀ ਪਾਤਸ਼ਾਹੀ ਨੂੰ ਦਿੱਤੀ, ਫਿਰ ਤੀਸਰੀ ਨੂੰ, ਚੌਥੀ ਨੂੰ, ਫਿਰ ਗੁਰੂ ਅਰਜਨ ਦੇਵ ਜੀ ਕੋਲ ਆਈ। ਉਹ ਸਾਰੀ ਬਾਣੀ ਇਕੱਤਰ ਕਰਕੇ ਗੁਰੂ ਸਾਹਿਬ ਨੇ ਉਸ ਨੂੰ ਆਦਿ ਗ੍ਰੰਥ ਦਾ ਰੂਪ ਦਿੱਤਾ। ਰਾਮਸਰ ਦੇ ਸਥਾਨ 'ਤੇ ਗੁਰੂ ਸਾਹਿਬ ਬਾਣੀ ਉਚਾਰਨ ਕਰਦੇ ਜਾਂਦੇ ਅਤੇ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਪਹਿਲੇ ਉਸ ਬਾਣੀ ਨੂੰ ਲਿਖਦੇ ਜਾਂਦੇ। ਜਦੋਂ ਗ੍ਰੰਥ ਤਿਆਰ ਹੋ ਗਿਆ ਅਤੇ ਬੜੇ ਅਦਬ ਸਤਿਕਾਰ ਨਾਲ ਗੁਰੂ ਸਾਹਿਬ ਨੇ ਉਸ ਨੂੰ ਸੀਸ 'ਤੇ ਸੁਭਾਇਮਾਨ ਕੀਤਾ ਅਤੇ ਸੰਗਤਾਂ ਚੌਰ ਕਰਦੀਆਂ, ਸ਼ਬਦ ਪੜ੍ਹਦੀਆਂ ਸਮੇਤ ਭਾਈ ਗੁਰਦਾਸ ਜੀ ਦੇ ਉਸ ਨੂੰ ਜੋ ਆਦਿ ਗ੍ਰੰਥ ਦੀ ਪਹਿਲੀ ਬੀੜ ਸੀ ਉਹਨੂੰ ਸ਼੍ਰੀ ਹਰਿਮੰਦਰ ਸਾਹਿਬ ਲੈ ਕੇ ਆਈਆਂ। ਉੱਥੇ ਗੁਰੂ ਸਾਹਿਬ ਹੁਣ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਇੱਥੇ ਪਹਿਲਾਂ ਗੁਰੂ ਸਾਹਿਬ ਆਪ ਬਿਰਾਜਿਆ ਕਰਦੇ ਸਨ। ਉਹ ਫਿਰ ਸੰਗਤ ਵਿੱਚ ਆ ਕੇ ਬੈਠ ਗਏ ਅਤੇ ਉਹਨਾਂ ਨੇ ਉੱਥੇ ਉਸ ਆਦਿ ਗ੍ਰੰਥ ਦਾ, ਜਿਹਨੂੰ ਪੋਥੀ ਸਾਹਿਬ, ਪੋਥੀ ਪਰਮੇਸ਼ਰ ਦਾ ਥਾਨ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹ ਜਿਹੜੀ ਪੋਥੀ ਹੈ ਪਰਮੇਸ਼ਰ ਦਾ ਥਾਨ ਹੈ, ਯਾਨੀ ਪਰਮੇਸ਼ਰ ਨੂੰ ਮਿਲਣ ਦਾ ਇਹ ਰਸਤਾ ਦੱਸਣ ਵਾਲਾ ਮਹਾਨ ਗ੍ਰੰਥ ਹੈ। ਉਹਦਾ ਪ੍ਰਕਾਸ਼ ਕੀਤਾ ਅਤੇ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਜਿਹੜੇ 6 ਗੁਰੂਆਂ ਤੱਕ ਤਿਲਕ ਦਿੰਦੇ ਰਹੇ, ਉਹਨਾਂ ਨੂੰ ਪਹਿਲਾ ਗ੍ਰੰਥੀ ਨਿਯੁਕਤ ਕਰਕੇ ਇਹ ਬੇਨਤੀ ਕੀਤੀ, ਬਾਬਾ ਬੁੱਢਾ ਖੋਲੋ ਗ੍ਰੰਥ, ਲਿਓ ਆਵਾਜ਼, ਸੁਣੇ ਸਭ ਪੰਥ, ਯਾਨੀ ਹੁਕਮਨਾਮਾ ਲਓ। ਅਤੇ ਪਹਿਲਾ ਹੁਕਮਨਾਮਾ ਜਿਹੜਾ ਆਇਆ, ਦਾ ਵੈਰੀ ਫਸਟ ਹੁਕਮਨਾਮਾ, ਉਹ ਸੀ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਉਸ ਤੋਂ ਬਾਅਦ ਗੁਰੂ ਸਾਹਿਬ ਸੰਗਤ ਵਿੱਚ ਹੀ ਬੈਠਦੇ ਰਹੇ। ਇਸ ਤਰ੍ਹਾਂ ਗੁਰੂ ਸਾਹਿਬ ਨੇ ਇੱਕ ਪ੍ਰਕਾਰ ਨਾਲ ਸ਼ਬਦ ਗੁਰੂ ਦੇ ਸੰਕਲਪ ਨੂੰ ਸਿਧਾਂਤਕ ਤੌਰ 'ਤੇ ਉਦੋਂ ਹੀ ਪ੍ਰਵਾਨਗੀ ਦੇ ਕੇ ਮੋਹਰ ਲਾ ਦਿੱਤੀ ਸੀ, ਜਿਹਨੂੰ 10ਵੇਂ ਪਾਤਸ਼ਾਹ ਨੇ ਫਿਰ ਅੱਗੇ ਜਾ ਕੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਐਲਾਨਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇੱਕ ਹੋਰ ਬਹੁਤ ਵੱਡੀ ਦੇਣ ਹੈ, ਉਹਨਾਂ ਨੇ ਇੱਕ ਨਗਰ ਵਸਾਇਆ ਸ਼੍ਰੀ ਤਰਨਤਾਰਨ ਸਾਹਿਬ। ਉੱਥੇ ਵੀ ਸ਼੍ਰੀ ਹਰਿਮੰਦਰ ਸਾਹਿਬ ਦੀ ਤਰ੍ਹਾਂ ਹੀ ਰਚਨਾ ਕੀਤੀ। ਗੁਰਦੁਆਰਾ ਸਾਹਿਬ ਦੀ ਬਹੁਤ ਸ਼ਾਨਦਾਰ ਇਮਾਰਤ ਹੈ, ਪਰ ਉਹ ਸਰੋਵਰ ਦੇ ਇੱਕ ਪਾਸੇ ਹੈ। ਸਰੋਵਰ ਬਹੁਤ ਵੱਡਾ ਹੈ ਆਕਾਰ ਵਿੱਚ, ਉਹ ਸਭ ਤੋਂ ਵੱਡਾ ਸਰੋਵਰ ਮੰਨਿਆ ਜਾਂਦਾ ਹੈ ਔਰ ਉਸ ਗੁਰਦੁਆਰਾ ਸਾਹਿਬ ਦਾ ਨਾਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਤਰਨਤਾਰਨ ਸਾਹਿਬ ਰੱਖਿਆ। ਉੱਥੇ ਗੁਰੂ ਸਾਹਿਬ ਮਨੁੱਖਤਾ ਦੀ ਸੇਵਾ ਲਈ ਇੰਨੇ ਕਾਰਜਸ਼ੀਲ ਰਹਿੰਦੇ ਸਨ ਕਿ ਉਹਨਾਂ ਨੇ ਜਿਹੜੇ ਕੁਸ਼ਟ ਰੋਗੀ ਨੇ ਉਹਨਾਂ ਦੇ ਇਲਾਜ ਵਾਸਤੇ ਇੱਕ ਕੁਸ਼ਟ ਆਸ਼ਰਮ ਬਣਾਇਆ ਜਿਹੜਾ ਹੁਣ ਤੱਕ ਵੀ ਚੱਲਦਾ ਹੈ। ਉੱਥੇ ਉਹਨਾਂ ਦਾ ਇਲਾਜ ਗੁਰੂ ਸਾਹਿਬ ਆਪਣੀ ਦੇਖ ਰੇਖ ਹੇਠ ਵੀ ਕਰਾਉਂਦੇ ਰਹੇ ਅਤੇ ਜਦੋਂ ਅੰਮ੍ਰਿਤਸਰ ਫਿਰ ਚਲੇ ਗਏ ਬਾਅਦ ਵਿੱਚ ਉੱਥੇ ਜਿਹੜੇ ਸੀ ਹਕੀਮ ਜਾਂ ਮਾਹਰ ਜਿਹੜੇ ਸਨ ਉਹ ਇਲਾਜ ਮਰੀਜ਼ਾਂ ਦਾ ਕਰਦੇ ਰਹੇ। ਇਸ ਤਰ੍ਹਾਂ ਗੁਰੂ ਸਾਹਿਬ ਨੇ ਜਲੰਧਰ ਵਿੱਚ ਕਰਤਾਰਪੁਰ ਨਗਰ ਵਸਾਇਆ ਜਿਹੜਾ GT ਰੋਡ 'ਤੇ ਪੈਂਦਾ ਹੈ। ਗੁਰੂ ਸਾਹਿਬ ਨੇ ਹੋਰ ਜਿਹੜਾ ਵੱਡਾ ਕਾਰਜ ਕੀਤਾ, ਉਹ ਸਿੱਖ ਸੰਗਤਾਂ ਨੂੰ ਪਹਿਲਾਂ ਰਬਾਬੀ ਕੀਰਤਨ ਕਰਦੇ ਸਨ, ਕਿਸੇ ਕਾਰਨ ਬਸ ਉਹ ਨਾਰਾਜ਼ ਹੋ ਗਏ, ਕੁਝ ਦਿਨ ਕੀਰਤਨ ਨਹੀਂ ਹੋਇਆ ਅਤੇ ਗੁਰੂ ਸਾਹਿਬ ਨੇ ਫਿਰ ਆਪ ਕੀਰਤਨ ਕੀਤਾ ਸੰਗਤਾਂ ਨੂੰ ਨਾਲ ਲੈ ਕੇ ਅਤੇ ਇੱਕ ਨਵਾਂ ਸਾਜ਼ ਭਾਰਤੀ ਸ਼ਾਸਤਰੀ ਸੰਗੀਤ ਨੂੰ ਅਤੇ ਗੁਰਮੁਖ ਸੰਗੀਤ ਨੂੰ ਦਿੱਤਾ, ਸਰਨ ਦਾ ਸਾਜ਼। ਬਹੁਤ ਵਿਲੱਖਣ ਅਤੇ ਵਿਕੋਲਿਤਰਾ ਸਾਜ਼ ਹੈ, ਇਹਨੂੰ ਵਜਾਉਣਾ ਵੀ ਬੜਾ ਔਖਾ ਹੈ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਤੀਖਣ ਕਲਾਤਮਕ ਸੂਝ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ਉਹਨਾਂ ਨੇ ਭਾਰਤੀ ਸੰਗੀਤ ਨੂੰ, ਗੁਰਮੁਖ ਸੰਗੀਤ ਨੂੰ ਇੱਕ ਨਵਾਂ ਰਾਗ ਦਿੱਤਾ, ਮਾਝ ਰਾਗ।
ਇਹ ਉਹਨਾਂ ਦੀ ਬਹੁਤ ਵੱਡੀ ਦੇਣ ਹੈ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੋ ਜ਼ਿੰਦਗੀ ਦੇਖਦੇ ਹਾਂ ਪਰਉਪਕਾਰਾਂ ਨਾਲ ਭਰੀ ਹੋਈ ਹੈ। ਆਪ ਰਾਤ ਨੂੰ ਜਿਹੜੀ ਸੰਗਤ ਆਉਂਦੀ ਸੀ ਦਰਸ਼ਨ ਦੀਦਾਰ ਕਰਨ, ਉਹ ਅੱਧੀ ਰਾਤ ਵੇਲੇ ਜਾ ਕੇ ਸੰਗਤਾਂ ਦੇ ਚਰਨ ਘੁੱਟਿਆ ਕਰਦੇ ਸਨ, ਉਹਨਾਂ 'ਤੇ ਪੱਖਾ ਚੱਲਣ ਦੀ ਸੇਵਾ ਕਰਿਆ ਕਰਦੇ ਸਨ। ਐਸੇ ਮਹਾਨ ਸਤਿਗੁਰੂ ਸਨ, ਐਸੇ ਕੋਮਲ ਹਿਰਦੇ ਵਾਲੇ। ਅਤੇ ਫਿਰ ਉਹਨਾਂ ਦੀ ਸ਼ਹਾਦਤ ਕਿਉਂ ਹੋਈ? ਇਹਦੇ ਦੋ ਤਿੰਨ ਵੱਡੇ ਕਾਰਨ ਨੇ। ਇੱਕ ਤਾਂ ਜਿਹੜਾ ਮੌਕੇ ਦਾ ਬਾਦਸ਼ਾਹ ਸੀ ਜਹਾਂਗੀਰ, ਉਹ ਕੱਟੜਵਾਦੀ ਵਿਚਾਰਾਂ ਦਾ ਧਾਰਨੀ ਸੀ, ਉਹ ਕਿਸੇ ਹੋਰ ਧਰਮ ਨੂੰ ਬਰਦਾਸ਼ਤ ਨਹੀਂ ਸੀ ਕਰਦਾ। ਬਾਕੀ ਉਹਨੂੰ ਸ਼ਿਕਾਇਤਾਂ ਲਾਉਣ ਵਾਲੇ ਬਹੁਤ ਮਿਲ ਗਏ ਬੰਦੇ, ਜਿਨ੍ਹਾਂ ਵਿੱਚ ਇੱਕ ਸ਼ੇਖ ਸਰਹੰਦ ਦਾ ਰਹਿਣ ਵਾਲਾ ਸੀ, ਜਿਹੜਾ ਆਪਣੇ ਆਪ ਨੂੰ ਮੁਹੰਮਦ ਸਾਹਿਬ ਤੋਂ ਬਾਅਦ ਮੁਸਲਮਾਨਾਂ ਦਾ ਦੂਜਾ ਰਹਿਬਰ ਦੱਸਦਾ ਸੀ। ਬਹੁਤੇ ਲੋਕ ਉਹਨੂੰ ਨਹੀਂ ਸੀ ਮੰਨਦੇ, ਪਰ ਬਾਦਸ਼ਾਹ ਜਹਾਂਗੀਰ ਉਹਦਾ ਮੁਰੀਦ ਸੀ। ਉਹਨੇ ਵੀ ਗੁਰੂ ਸਾਹਿਬ ਨੂੰ ਕਿਹਾ, ਜੀ ਦੇਖੋ ਇਹਦੀ ਨੀਂਹ ਵੀ ਹਰਿਮੰਦਰ ਸਾਹਿਬ ਦੀ ਇੱਕ ਮੁਸਲਮਾਨ ਫਕੀਰ ਨੇ ਰੱਖੀ ਹੈ, ਪਹੁੰਚੇ ਹੋਏ ਫਕੀਰ ਨੇ, ਸਾਈਂ ਮੀਆਂ ਮੀਰ ਨੇ। ਅਤੇ ਦੂਸਰਾ ਮੁਸਲਮਾਨ ਵੀ ਬਹੁਤ ਵੱਡੀ ਗਿਣਤੀ ਵਿੱਚ, ਹੋਰ ਤਾਂ ਚਲੋ ਹੋਏ, ਮੁਸਲਮਾਨ ਵੀ ਬਹੁਤ ਗੁਰੂ ਸਾਹਿਬ ਦੇ ਪੈਰੋਕਾਰ ਬਣਦੇ ਜਾ ਰਹੇ ਨੇ, ਉਹਨਾਂ ਦੇ ਜਾ ਕੇ ਮੱਥਾ ਟੇਕਦੇ ਨੇ ਚਰਨਾਂ ਵਿੱਚ। ਅਤੇ ਇਸ ਤਰ੍ਹਾਂ ਉਹਨਾਂ ਦੀ ਪ੍ਰਤਿਭਾ ਵੱਧਦੀ ਜਾਂਦੀ ਦਿਨ ਬ ਦਿਨ, ਇਹਨੂੰ ਠੱਲ ਪਾਉਣ ਦੀ ਲੋੜ ਹੈ। ਦੂਸਰਾ ਉਹਨੇ ਇੱਕ ਸ਼ਿਕਾਇਤ ਲਾਈ ਜਿਹੜੀ ਗਲਤ ਸੀ ਬਿਲਕੁਲ, ਕਿ ਗੁਰੂ ਗ੍ਰੰਥ ਸਾਹਿਬ ਜਾਂ ਆਦਿ ਗ੍ਰੰਥ ਵਿੱਚ ਮੁਸਲਮਾਨਾਂ ਦੇ ਖਿਲਾਫ ਕੁਝ ਟਿੱਪਣੀਆਂ ਨੇ ਇਸਲਾਮ ਦੇ ਖਿਲਾਫ। ਗੁਰੂ ਸਾਹਿਬ ਨੇ ਇਹਨੂੰ ਬਿਲਕੁਲ ਗਲਤ ਕਰਾਰ ਦਿੰਦੇ ਹੋਏ ਸਿੱਧ ਕਰ ਦਿੱਤਾ ਕਿ ਬਾਣੀ ਸਭਨਾਂ ਲਈ, ਕੁੱਲ ਆਲਮ ਲਈ ਸਾਂਝੀ ਹੈ। ਜਿਸ ਗੁਰੂ ਗ੍ਰੰਥ ਸਾਹਿਬ ਜਾਂ ਜਿਸ ਆਦਿ ਗ੍ਰੰਥ ਵਿੱਚ ਬਾਬਾ ਫਰੀਦ ਸਾਹਿਬ ਦੀ ਬਾਣੀ ਦਰਜ ਹੋਵੇ, ਜਿਹੜੇ ਕਿ 5 ਵਕਤ ਨਮਾਜ਼ ਪੜ੍ਹਨ ਦੀ ਤਾਕੀਦ ਕਰਦੇ ਨੇ, ਵਜ਼ੂ ਕਰਨ ਦੀ ਤਾਕੀਦ ਕਰਦੇ ਨੇ, ਔਰ ਜਿਹੜੇ ਗੁਰੂ ਗ੍ਰੰਥ ਸਾਹਿਬ ਜਾਂ ਆਦਿ ਗ੍ਰੰਥ ਵਿੱਚ ਅੱਲਾ, ਰਾਮ, ਰਹੀਮ ਦੇ ਨਾਂ ਅਨੇਕਾਂ ਵਾਰੀ ਆਉਂਦੇ ਨੇ, ਉਹ ਗ੍ਰੰਥ ਸਰਬ ਸਾਂਝਾ ਗ੍ਰੰਥ ਹੈ। ਤੀਸਰਾ ਇਹ ਹੋਇਆ ਕਿ ਜਿਹੜਾ ਬਾਦਸ਼ਾਹ ਦਾ ਹੋਣਹਾਰ ਸੁਪੁੱਤਰ ਸੀ ਅਮੀਰ ਖੁਸਰੋ, ਉਹ ਬਹੁਤ ਖੁੱਲ੍ਹੇ ਡੁੱਲੇ ਅਤੇ ਸੈਕੂਲਰ ਵਿਚਾਰਾਂ ਦਾ ਧਾਰਨੀ ਸੀ। ਬਾਦਸ਼ਾਹ ਨੂੰ ਪਸੰਦ ਨਹੀਂ ਸੀ, ਲੋਕ ਚੁੱਕਦੇ ਸਨ, ਉਹਨੂੰ ਬਾਗੀ ਕਰਾਰ ਦੇ ਦਿੱਤਾ ਗਿਆ। ਉਹ ਉੱਥੋਂ ਫਰਾਰ ਹੋ ਗਿਆ, ਮੰਜ਼ਲਾਂ ਤੈਅ ਕਰਦਾ ਕਰਦਾ ਅੰਮ੍ਰਿਤਸਰ ਪਹੁੰਚਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ। ਗੁਰੂ ਮਹਾਰਾਜ ਨੇ ਲੰਗਰ 'ਚ ਬੈਠ ਕੇ ਉਹਨੂੰ ਪ੍ਰਸ਼ਾਦਾ ਛਕਣ ਲਈ ਆਖਿਆ, ਪ੍ਰਸ਼ਾਦਾ ਛਕਿਆ, ਫਿਰ ਉਹਦੇ ਲਈ ਅਰਦਾਸ ਕੀਤੀ, ਉਹਨੂੰ ਅਸੀਸ ਦਿੱਤੀ ਅਤੇ ਉਹ ਵਿਦਾ ਹੋ ਗਿਆ। ਪਰ ਇਹਨੂੰ ਖੰਭਾਂ ਦੀਆਂ ਡਾਰਾਂ ਬਣਾਉਣ ਵਾਂਗ ਸ਼ੇਖ ਸਰਹੰਦੀ ਨੇ ਕੰਨ ਭਰਨ ਵਾਸਤੇ ਆਖਿਆ ਜਹਾਂਗੀਰ ਨੂੰ ਕਿ ਗੁਰੂ ਅਰਜਨ ਦੇਵ ਜੀ ਨੇ ਸਰਕਾਰ ਦੇ ਬਾਗੀ ਤੁਹਾਡੇ ਪੁੱਤਰ ਦੀ ਮਾਇਕ ਸਹਾਇਤਾ ਕੀਤੀ ਹੈ ਔਰ ਉਹਨੂੰ ਹੱਲਾਸ਼ੇਰੀ ਦਿੱਤੀ ਹੈ। ਇਸ ਤਰ੍ਹਾਂ ਸਰਕਾਰ ਦੇ ਬਾਗੀ ਦੀ ਮਦਦ ਕਰਨ ਦੇ ਉਹ ਕਸੂਰਵਾਰ ਨੇ। ਇਹ ਵੀ ਗਲਤ ਸੀ ਇਲਜ਼ਾਮ। ਇਹ ਇੱਕ ਇਲਜ਼ਾਮ ਲਾਇਆ। ਫਿਰ ਇੱਕ ਚੌਥਾ ਕਾਰਨ ਜਿਹੜਾ ਸੀ ਕਿ ਮੁਰਤਜ਼ਾ ਖਾਂ ਜਿਹੜਾ ਲਾਹੌਰ ਦਾ ਸੂਬੇਦਾਰ ਸੀ, ਉਹਦਾ ਇੱਕ ਵੱਡਾ ਅਹਿਲਕਾਰ ਸੀ ਦੀਵਾਨ ਚੰਦੂ ਦੀ ਨੂੰਹ ਗੁਰੂ ਸਾਹਿਬ ਦੀ ਬੜੀ ਸ਼ਰਧਾਲੂ ਸੀ, ਮੀਆਂ ਮੀਰ ਵੀ ਸ਼ਰਧਾਲੂ ਸੀ। ਪਰ ਚੰਦੂ ਨੇ ਆਪਣੀ ਲੜਕੀ ਬੇਟੀ ਦਾ ਜਿਹੜਾ ਰਿਸ਼ਤਾ ਸੀ ਉਹ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਹਰਗੋਬਿੰਦ ਜੀ ਨਾਲ, ਉਦੋਂ ਹਰੇ ਗੁਰੂ ਗੱਦੀ 'ਤੇ ਨਹੀਂ ਸਨ ਬੈਠੇ, ਉਹਨਾਂ ਦੇ ਨਾਲ ਕਰਨ ਦੀ ਇੱਛਾ ਪ੍ਰਗਟ ਕੀਤੀ। ਇਹ ਰਿਸ਼ਤਾ ਜੁੜਨ ਵਾਲਾ ਹੀ ਸੀ ਕਿ ਉਹਨੇ ਕੋਈ ਹੰਕਾਰ ਭਰੇ ਬੋਲ ਬੋਲੇ। ਸੰਗਤਾਂ ਨੇ ਗੁਰੂ ਸਾਹਿਬ ਨੂੰ ਮਨਾ ਕੀਤਾ ਕਿ ਇਹ ਰਿਸ਼ਤਾ ਨਹੀਂ ਕਰਨਾ। ਗੁਰੂ ਸਾਹਿਬ ਨੇ ਸੰਗਤਾਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਵਿੱਚ ਸੰਗਤ ਹਰ ਪ੍ਰਵਸੇ ਜੀਓ, ਉਹਨਾਂ ਨੇ ਇਸ ਰਿਸ਼ਤੇ ਤੋਂ ਨਾ ਕਰ ਦਿੱਤੀ। ਚੰਦੂ ਵੀ ਗੁਰੂ ਸਾਹਿਬ ਦਾ ਵੈਰੀ ਬਣ ਗਿਆ। ਇਹ ਸਾਰੇ ਕਾਰਨ ਜਿਹੜੇ ਇਕੱਤਰ ਹੋ ਗਏ, ਇਕੱਠੇ ਹੋ ਗਏ, ਅਤੇ ਇਹਨਾਂ ਦੇ ਆਧਾਰ 'ਤੇ ਇਹ ਇੱਕ ਫਰਮਾਨ ਸ਼ਾਹੀ ਜਾਰੀ ਹੋਇਆ ਲਾਹੌਰ ਤੋਂ। ਦਿੱਲੀ ਤੋਂ ਲਾਹੌਰ ਆਇਆ, ਲਾਹੌਰ ਤੋਂ ਗੁਰੂ ਸਾਹਿਬ ਨੂੰ ਪਹੁੰਚਾ ਕਿ ਜਾਂ ਤਾਂ ਤੁਸੀਂ ਇਸਲਾਮ ਕਬੂਲ ਕਰੋ, ਆਪਣੀ ਗ੍ਰਿਫਤਾਰੀ ਦਿਓ, ਅਤੇ ਜਾਂ ਤੁਸੀਂ ਜੁਰਮਾਨਾ ਜਿਹੜਾ ਲੱਖਾਂ ਦੇ ਹਿਸਾਬ ਨਾਲ ਸੀ ਉਹ ਅਦਾ ਕਰੋ। ਗੁਰੂ ਸਾਹਿਬ ਨੇ ਕਿਹਾ ਪਹਿਲੀ ਗੱਲ ਤਾਂ ਇਹ ਕਿ ਅਸੀਂ ਸਾਰੇ ਧਰਮਾਂ ਦਾ ਆਦਰ ਕਰਦੇ ਹਾਂ, ਪਰ ਅਸੀਂ ਇਸਲਾਮ ਧਰਮ ਧਾਰਨ ਨਹੀਂ ਕਰਾਂਗੇ। ਦੂਸਰੀ ਗੱਲ, ਅਸੀਂ ਕੋਈ ਕਸੂਰ ਨਹੀਂ ਕੀਤਾ, ਇਸ ਕਰਕੇ ਅਸੀਂ ਜੁਰਮਾਨਾ ਵੀ ਅਦਾ ਨਹੀਂ ਕਰਾਂਗੇ, ਗ੍ਰਿਫਤਾਰ ਵੀ ਅਸੀਂ ਨਹੀਂ ਹੋਵਾਂਗੇ, ਅਸੀਂ ਆਪ ਚੱਲ ਕੇ ਸਵੈ ਇੱਛਾ ਨਾਲ ਉੱਥੇ ਲਾਹੌਰ ਪਹੁੰਚਾਂਗੇ। ਅਤੇ ਗੁਰੂ ਸਾਹਿਬ ਉੱਥੇ ਪਹੁੰਚੇ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਹਿਰਾਸਤ 'ਚ ਲੈ ਲਿਆ ਗਿਆ। ਪਿਆਰੇ ਦਰਸ਼ਕ ਸਾਹਿਬਾਨ, ਜਰਾ ਯਾਦ ਕਰਕੇ ਦੇਖੀਏ, ਆਪਣੇ ਆਪ ਨਾਲ ਆਇਡੈਂਟੀਫਾਈ ਕਰਕੇ ਕਿ ਆਹ ਮਹੀਨਾ ਹੋਵੇ ਅਤ ਗਰਮੀ ਦਾ, ਅਤੇ ਗੁਰੂ ਸਾਹਿਬ ਕੋਮਲ ਭਾਵੀ, ਮਹਾਨ ਸ਼ਖਸੀਅਤ, ਮਹਾਨ ਪਵਿੱਤਰ ਆਤਮਾ, ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਪੁੰਜ ਸੁਖਮਨੀ ਸਾਹਿਬ ਉਚਾਰਨ ਵਾਲੇ, ਸਾਰਿਆਂ ਦੇ ਸਾਂਝੇ, ਉਹਨਾਂ ਨੂੰ ਅਣਮਨੁੱਖੀ ਤਸੀਹੇ ਦੇਣ ਦਾ ਸਿਲਸਿਲਾ ਸ਼ੁਰੂ ਹੋਇਆ। ਪਹਿਲਾਂ ਉਹਨਾਂ ਨੂੰ ਉਬਲਦੀ ਦੇਗ ਵਿੱਚ ਬਾਲਿਆ ਗਿਆ, ਫਿਰ ਉਹਨਾਂ ਨੂੰ
तत्ती तवी के उत्ते बिठाया गया। सीस के उत्ते जिथे छतर झुलते सन, जिथे चौर झुलते सन, उत्थे गर्म गर्म रेता पाई गई तो गुरु साहब अडोल रहे। साईं मियाँ मीर नूं करामात ना विखाउण लई आखिया तो चंदू की नूंह जो वरलाप करती सी उन्होंने भी समझाया तो ये मुखों बचन उचारे, तेरा किया मीठा लागे हर नाम पदार्थ नानक मांगे, जोत सुभावे नानका साई गल चंगी। आपां भाणे विच रहना है, उन्होंने भाणे विच रहण दा उपदेश दिता और आप भी उन्होंने हंडाया। इस तरह गुरु साहब ने फिर उस तो बाद कहा कि असीं इशनान करना रावी विच। वो गए, उन्होंने रावी दे विच इशनान करने की इजाज़त दी गई। तो सतगुरु जी ने रावी विच चुब्भी लाई तो भाई गुरदास कहते ने रहिंदे गुरदरियाओ विच ते आखिरी उन्हों की वार की तुक है गुरु अर्जन विटो कुरबानी। गुरु साहब जदों रावी दीयां छल्लां विच ही विलीन हो गए और वो जोत जिहड़ी सी वो महाजोत विच लीन हो गई। सूरज किरण मिली जल का जल हुआ राम, ज्योति जोत रली संपूर्ण थी आराम। इस तरह गुरु अर्जन देव जी महाराज ने धार्मिक रवादारी, सहनशीलता, मुनखी प्रेम ते अदल इंसाफ ਲਈ अपनी महान कुर्बानी दी ते सिख धर्म के पहले शहीद होने का रुतबा हासिल किया। उस तो बाद तब शहादतां की झड़ी लग गई। इसे करके उन्होंने शहीदां के सरताज या ताजदारे शहीदां कह के वडियाया, पूजिया, सत्कारिया जाता है। हुण एक सवाल ये पैदा होता है कि गुरु साहब की शहादत हो गई, उस तो बाद उन्होंने सपुत्र श्री गुरु हरगोबिंद साहब मीरी पीरी के मालिक वो गद्दी ते विराजमान होए, जिन्हों लिखते ने भाई गुरदास वड योधा बहु परोपकारी, दल पंजन गुरसूरमा वड योधा बहु परोपकारी। तो मैकालफ लिखता है कि गुरु हरगोबिंद साहब दे गद्दी ते विराजमान होण नाल अते गुरु अर्जन देव जी शहादत दे नाल हिंदुस्तान खासकर पंजाब के इतिहास ने एक बहुत फैसलाकुन मोड़ कटिया। जिहड़े लोग डरदे सन वो निरभय हो गए। गुरु साहब ने 6वें पातशाह ने उन्होंने नवी स्पिरिट भरी निरभय होने दी। गुरु अर्जन देव जी महाराज की जिहड़ी कुर्बानी है इन्हें हिंदुस्तान का इतिहास बदल के रख दिता। तो गुरु अर्जन देव जी की एक वड्डी देन ये है कि उन्होंने संगत बैठन की जिहड़ी परंपरा शुरू की। पोथी परमेश्वर का थान जदों वो गुरु ग्रंथ साहब दा हाले गुरु का दर्जा नहीं सी मिलिया, उदों ही उन्होंने संगत बैठन दे नाल ही शब्द गुरु नूं एक संकेतक तौर के उत्ते प्रवानगी दे दी, जिन्हों अगे जाके 10वें पातशाह श्री गुरु गोबिंद सिंह जी ने अपनी ज्योति जोत समाउण तो बाद सिखां दा जागत जोत गुरु ऐलानिया। तो सिख अज गुरु ग्रंथ साहब की पूजा संपूर्ण गुरु के तौर पर, समर्थ गुरु के तौर पर, प्रतख गुरु के तौर पर करते हैं। ये है गुरु साहब की महान देन। उन्हां दी संगीत, काव्य शैली, भारती फिलॉसफी के उत्ते बहुत वड्डी पकड़ सी, बहुत बारीक सोच के मालिक सन। उन्हां दियां अजीम जड़ियाँ विलक्षणतावां ने जां उन्हां दियां गुणां दियां कहानियां वो अकथ ने, पर आपां इन्हां लफ्ज़ां नाल गुरु साहब के चरणों में शीश झुकाउंदे होए अज 416वें शहीदी दिवस के मौके पर उन्होंने नतमस्तक होंदे हाँ। तरन गगन नवखंड मह जोत स्वरूपी रहो पर, पन मथरा कच भेद नहीं गुरु अर्जन प्रतख हर, जप्यो जन अर्जन देव गुरु फिर संकट जोन गर्भ ना आयो। बहुत बहुत धन्यवाद।